ਸਾਹਿਬ ਜੀ। ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਹਰ ਹਰ ਨਾਮ ਕਥਾ ਨਿਤ ਸੁਣੀਐ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡੇ ਭਾਗ ਹਨ ਸਾਡੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਦਕੇ ਗੁਰੂ ਦੀ ਪਾਵਨ ਪਵਿੱਤਰ ਬਾਣੀ ਨੂੰ ਅਤੇ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਗੁਰਬਾਣੀ ਦੀ ਵਿਚਾਰ ਆਰੰਭ ਕੀਤੀ ਜਾਵੇ, ਉਸ ਤੋਂ ਪ੍ਰਥਮ ਸਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ ਉਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਦਇਆ ਦੇ ਮੁਜੱਸਮੇ ਸ਼੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਸੋਰਠ ਰਾਗ ਦਾ ਇੱਕ ਸ਼ਬਦ ਹੈ ਜੋ ਕਿ 613 ਅੰਗ ਤੋਂ ਆਰੰਭ ਹੋ ਕੇ 614 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦੇ ਨੇ ਕਿ ਹੇ ਮਾਧੋ, ਤੂੰ ਠਾਕੁਰ ਸਿਰ ਮੋਰਾ, ਈਹਾਂ ਊਹਾਂ ਤੁਹਾਰੋ ਧੋਰਾ। ਹੇ ਵਾਹਿਗੁਰੂ ਗਰੀਬ ਨਿਵਾਜ, ਸਾਡੇ ਸਿਰ ਦੇ ਮਾਲਕ, ਸਾਡੇ ਸਿਰ ਦੇ ਸਾਈਂ ਤੁਸੀਂ ਹੀ ਹੋ ਜੀ। ਤੇ ਇੱਥੇ ਵੀ ਦਰਗਾਹ ਦੇ ਵਿੱਚ ਵੀ ਮੈਨੂੰ ਤੁਹਾਡਾ ਹੀ ਆਸਰਾ ਹੈ, ਤੁਹਾਡਾ ਹੀ ਸਹਾਰਾ ਹੈ। ਇਹ ਜਿਹੜੀ ਦੁਨੀਆ ਹੈ ਇੱਕ ਸਮੁੰਦਰ ਆ, ਸਮੁੰਦਰ ਦੀਆਂ ਲਹਿਰਾਂ ਨੇ। ਸਮੁੰਦਰ ਵੀ ਕਾਹਦਾ? ਅੱਗ ਦਾ ਬਣਿਆ ਹੋਇਆ। ਇਹਨਾਂ ਲਹਿਰਾਂ ਵਿੱਚੋਂ ਬਚਾਉਣ ਵਾਲੇ ਤੁਸੀਂ ਹੀ ਹੋ, ਤਾਰਨਹਾਰੇ ਤੁਸੀਂ ਹੀ ਹੋ। ਮੈਂ ਕੁਝ ਵੀ ਨਹੀਂ ਜਾਣਦਾ ਹਾਂ। ਜਿਵੇਂ ਕਿ ਮਾਂ ਦੇ ਗਰਭ ਦੇ ਵਿੱਚ ਜਦੋਂ ਬੱਚਾ ਪਲਦਾ ਹੈ, ਉਹਨੂੰ ਆਪਣਾ ਸਿਮਰਨ ਦੇ ਕੇ ਰੱਖਣ ਵਾਲੇ ਵਾਹਿਗੁਰੂ ਜੀ ਤੁਸੀਂ ਖੁਦ ਹੀ ਹੋ। ਬਚਾਉਣ ਵਾਲੇ ਤੁਸੀਂ ਹੀ ਹੋ, ਬਣਾਉਣ ਵਾਲੇ ਤੁਸੀਂ ਹੀ ਹੋ। ਪਰ ਦੁਨੀਆ ਦੇ ਲੋਕ ਜਿਹੜੇ ਆ ਉਹ ਤੁਹਾਡੇ ਕੀਤੇ ਕੰਮਾਂ ਨੂੰ ਤਾਂ ਸਮੇਰ ਪਰਬਤ ਮੰਨਦੇ ਆ, ਪਹਾੜ ਮੰਨਦੇ ਆ, ਪਰ ਤੁਹਾਨੂੰ ਤੀਲੇ ਦੇ ਸਮਾਨ ਜਾਣਦੇ ਆ, ਬਹੁਤ ਛੋਟਾ ਸਮਝਦੇ ਆ। ਇਹ ਉਹਨਾਂ ਦੀ ਵੱਡੀ ਭੁੱਲ ਆ। ਦਾਤਾਂ ਦੇਣ ਵਾਲੇ ਤੁਸੀਂ ਹੋ। ਕਈਆਂ ਨੂੰ ਅਣਮੰਗਿਆਂ ਦਾਨ ਦੇ ਬਿਨਾਂ ਮੰਗੇ ਹੀ ਦਾਨ ਦਿੰਦੇ ਹੋ। ਇੱਕ ਸਕਿੰਟ ਵਿੱਚ ਚਾਹੋ ਕੁਝ ਵੀ ਕਰ ਸਕਦੇ ਹੋ। ਐਸੇ ਅਚਰਜ ਤਮਾਸ਼ੇ ਤੁਹਾਡੇ ਨੇ
ਤੁਸੀਂ ਬਹੁਤ ਸੋਹਣੇ ਹੋ ਵਾਹਿਗੁਰੂ ਜੀ। ਸੰਸਾਰ ਦੇ ਵਿੱਚ ਸਾਰੇ ਰੰਗਾਂ ਵਿੱਚ ਗੂੜ੍ਹੋ ਹੋ ਕੇ ਸਮਾਏ ਹੋ, ਗੰਭੀਰ ਹੋ, ਉੱਚੇ ਹੋ, ਬੇਅੰਤ ਹੋ, ਅਪਹੁੰਚ ਹੋ। ਜਿਹਨੂੰ ਵਾਹਿਗੁਰੂ ਜੀ ਸਾਧ ਸੰਗਤ ਬਖਸ਼ ਦਿੰਦੇ ਆ, ਉਹ ਸਾਧ ਸੰਗਤ ਵਿੱਚ ਆ ਕੇ ਤੁਹਾਡੀ ਬਾਣੀ ਸੁਣਦਾ ਹੈ, ਤੁਹਾਡੀ ਸਿਫਤ ਸਲਾਹ ਸੁਣਦਾ। ਫਿਰ ਉਹਦੀ ਵਾਸ਼ਨਾ ਜਿਹੜੀ ਆ ਖਤਮ ਹੋ ਜਾਂਦੀ ਆ ਅਤੇ ਉਹਦੀ ਅੰਦਰ ਜਿਹੜੀ ਆ ਵਾਹਿਗੁਰੂ ਦੀ ਬਾਣੀ ਵਸਣ ਕਰਕੇ ਆਨੰਦ ਬਣ ਜਾਂਦਾ ਹੈ, ਸਦਾ ਹੀ ਵਿਕਾਸ ਬਣ ਜਾਂਦਾ। ਇਹ ਗੁਰੂ ਅਰਜਨ ਦੇਵ ਜੀ ਨੇ ਹੁਕਮਨਾਮੇ ਵਿੱਚ ਦੱਸਿਆ। ਸੋ ਆਓ ਆਪਾਂ ਇਸ ਦੀ ਵਿਸਥਾਰ ਦੇ ਨਾਲ ਵਿਚਾਰ ਕਰਨੀ ਕਰੀਏ। ਸੋਰਠ ਮਹੱਲਾ ਪੰਜਵਾ। ਰਾਗ ਹੈ ਸੋਰਠ। ਮਹੱਲਾ ਪੰਜਵਾ ਤੋਂ ਭਾਵ ਹੀ ਗੁਰੂ ਅਰਜਨ ਦੇਵ ਜੀ ਦੀ ਬਾਣੀ, ਪੰਜਵੇਂ ਗੁਰੂ ਦੀ ਬਾਣੀ। ਤੇ ਘਰ ਦੂਜਾ। ਦੂਜੇ ਘਰ ਦੇ ਵਿੱਚ ਸੁਰ ਤੇ ਤਾਲ ਮਿਲਾ ਕੇ ਇਹ ਸੰਗੀਤਕਾਰਾਂ ਲਈ ਆ, ਜਿਵੇਂ ਰਾਗੀ ਸਾਹਿਬਾਨ ਨੇ, ਰਬਾਬੀ ਵੀਰ ਆ, ਉਹਨਾਂ ਲਈ ਆ ਜਿਹੜੇ ਗਾਉਂਦੇ ਨੇ ਬਾਣੀ ਨੂੰ ਕੀਰਤਨ ਦੁਆਰਾ, ਸੰਗੀਤ ਦੁਆਰਾ। ਉਹਨਾਂ ਲਈ ਇਹ ਸ਼ਬਦ ਆ ਵੀ ਤੁਸੀਂ ਦੂਜੇ ਘਰ ਵਿੱਚ ਇਸ ਨੂੰ ਗਾਉਣਾ ਹੈ ਤਾਂ ਹੋਰ ਵੀ ਸੋਹਣਾ ਲੱਗੇਗਾ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੂ ਤਾਰਨ ਹਾਰੇ। ਇੱਥੋਂ ਆਰੰਭਤਾ ਹੁੰਦੀ ਆ ਹੁਕਮਨਾਮੇ ਦੀ। ਜਿਹੜੀ ਮਾਂ ਦਾ ਅੰਦਰ ਗਰਭ ਹੁੰਦਾ ਹੈ, ਜਿਸ ਦੇ ਅੰਦਰ ਬੱਚਾ 9 ਮਹੀਨੇ ਹੌਲੀ ਹੌਲੀ ਵੱਧਦਾ ਹੈ, ਵੱਡਾ ਹੁੰਦਾ। ਹੇ ਵਾਹਿਗੁਰੂ ਪਰਮੇਸ਼ਰ ਜੀ, ਹੇ ਸੱਚੇ ਪਾਤਸ਼ਾਹ ਜੀ, ਮਾਤ ਗਰਭ ਮੈਂ, ਜਦੋਂ ਮੈਂ ਉੱਥੇ ਸੀ ਤਾਂ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ। ਸੋ ਕਿਉਂ ਮਨੁ ਵਿਸਾਰੀਐ, ਮਨੁ ਕਿਉਂ ਵਿਸਾਰੀਐ ਏਵੜ ਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਹ ਜਿਹੜੀ ਅੰਦਰ ਅਗਨੀ ਆ ਮਾਂ ਦੇ ਪੇਟ ਵਿੱਚ, ਬਹੁਤ ਜ਼ਿਆਦਾ ਅੰਦਰ ਤਪਸ਼ ਹੈ, ਤਾਂ ਹੀ ਆਪਾਂ ਰੋਟੀ ਜਿਹੜੀ ਖਾਂਦੇ ਆ ਅੰਦਰ ਜਾ ਕੇ ਪਚ ਜਾਂਦੀ ਆ। ਅੰਦਰ ਬੰਦੇ ਦੇ ਅੱਗ ਹੈ ਇੱਕ ਤੱਤ, ਤਾਂ ਉਹ ਅਗਨੀ ਦੇ ਵਿੱਚ ਵਾਹਿਗੁਰੂ ਜੀ ਮੈਂ ਰਹਿ ਨਹੀਂ ਸੀ ਸਕਦਾ, ਪਰ ਤੁਸੀਂ ਮੈਨੂੰ ਆਪਣਾ ਸਿਮਰਨ ਦੇ ਕੇ, ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਉਸ ਜਗ੍ਹਾ 'ਤੇ ਰੱਖ ਲਿਆ ਮੈਨੂੰ 9 ਮਹੀਨੇ। ਮੈਂ ਪੁੱਠਾ ਲਟਕਦਾ ਸੀ, ਇਹ ਸਭ ਕੁਝ ਬੜਾ ਔਖਾ ਸੀ, ਪਰ ਤੁਹਾਡੇ ਸਿਮਰਨ ਕਰਕੇ ਉੱਥੇ 9 ਮਹੀਨੇ ਕਿਵੇਂ ਬੀਤ ਗਏ ਪਤਾ ਹੀ ਨਹੀਂ ਲੱਗਾ। ਹੁਣ ਜਿਹੜੀ ਪਰੇਸ਼ਾਨੀ ਹੋਈ ਆ, ਮੁਸ਼ਕਿਲ ਹੋਈ ਆ, ਉਹ ਇਹ ਕਿ ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ, ਦੁਨੀ ਚਿਤ ਲਾਇਆ। ਆਵੇ ਜਾਏ ਭਵਾਈਐ ਜੂਨੀ। ਇਸ ਤਰ੍ਹਾਂ ਫਿਰ ਮੈਂ ਜਦੋਂ ਬਾਹਰ ਆਇਆ ਹਾਂ ਗਰਭ ਦੇ ਵਿੱਚੋਂ, ਜਨਮ ਹੋ ਗਿਆ ਭਾਵ ਕਿ ਉਦੋਂ ਪਰੇਸ਼ਾਨੀ ਇਹ ਹੋ ਗਈ ਕਿ ਖਸਮ ਵਿਸਾਰ, ਗੁਰੂ ਮਾਲਕ ਨੂੰ ਵਿਸਾਰ ਕੇ ਦੁਨੀ ਚਿੱਤ ਲਾਇਆ। ਦੁਨੀਆ ਦੇ ਵਿੱਚ ਚਿੱਤ ਲਾ ਬੈਠਾ। ਜਿਹਨੇ ਤੇਰਾ ਬਦਨ ਬਣਾਇਆ ਉਹਦਾ ਦਿਲੋਂ ਖਿਆਲ ਭੁਲਾਇਆ। ਜਿਹਨੇ ਮਾਂ ਦੇ ਗਰਭ ਵਿੱਚ ਰੱਖਿਆ ਉਹਦਾ ਖਿਆਲ ਭੁੱਲ ਗਿਆ। ਜਿਹਨੇ ਮਾਂ ਦੇ ਰਾਹੀਂ ਮੈਨੂੰ ਭੋਜਨ ਦਿੱਤਾ, ਮਾਂ ਦੇ ਰਾਹੀਂ ਸਭ ਕੁਝ ਮੇਰੇ ਤੱਕ ਪਹੁੰਚਾਇਆ, ਉਹਨੂੰ ਭੁਲਾ ਦਿੱਤਾ। ਇਵੇਂ ਫਿਰ ਮੇਰਾ ਜ਼ਿੰਦਗੀ ਜਿਹੜੀ ਆ, ਮੇਰਾ ਜੀਵਨ ਜਿਹੜਾ ਹੈ ਖੁਆਰ ਹੋ ਗਿਆ। ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ। ਦੁਨੀਆ ਜਿਹੜੀ ਆ ਪਾਵਕ ਸਾਗਰ ਆ। ਪਾਵਕ ਸਾਗਰ ਤੋਂ ਭਾਵ ਅੱਗ ਦਾ ਸਮੁੰਦਰ। ਪਾਵਕ ਤੋਂ ਭਾਵ ਲਾਟਾਂ, ਸਾਗਰ ਤੋਂ ਭਾਵ ਸਮੁੰਦਰ, ਅਥਾਹ ਤੋਂ ਭਾਵ ਬਹੁਤ ਵੱਡਾ, ਲਹਿਰ ਤੋਂ ਭਾਵ ਤਰੰਗਾਂ ਲਹਿਰਾਂ। ਮੈਂ ਤਾਰੋ ਤਾਰਨ ਹਾਰੇ। ਹੇ ਵਾਹਿਗੁਰੂ, ਇਹ ਦੁਨੀਆ
ਅੱਗ ਦੀਆਂ ਲਾਟਾਂ ਵਾਲਾ ਸਮੁੰਦਰ ਹੈ, ਪਾਣੀ ਦੀਆਂ ਵਾਲਾ ਨਹੀਂ, ਪਾਣੀ ਵਾਲਾ ਨਹੀਂ, ਅੱਗ ਵਾਲਾ। ਇਹਦੇ ਵਿੱਚ ਮੈਂ ਤਰਨਾ ਨਹੀਂ ਜਾਣਦਾ, ਮੈਂ ਅਜਾਨ, ਮੈਨੂੰ ਸਵਿਮਿੰਗ ਨਹੀਂ ਆਉਂਦੀ। ਭਾਵ ਕਿ ਜਿਵੇਂ ਕਈ ਹੁੰਦੇ ਆ ਤਰ ਲੈਂਦੇ ਆ ਪਾਣੀ ਦੇ ਵਿੱਚ, ਕੁਝ ਲੋਕ ਆ ਉਹਨਾਂ ਨੂੰ ਤਰਨਾ ਨਹੀਂ ਆਉਂਦਾ, ਪਾਣੀ ਵਿੱਚ ਡੁੱਬ ਜਾਂਦੇ ਆ, ਤਾਂ ਉਹ ਕੰਢੇ 'ਤੇ ਖੜ੍ਹੇ ਤਾਂ ਵੇਖੀ ਜਾਣਗੇ ਤਰਦਿਆਂ ਨੂੰ, ਪਰ ਉਹ ਤਰਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਅਸੀਂ ਡੁੱਬ ਜਾਵਾਂਗੇ। ਇੱਦਾਂ ਹੀ ਉਹ ਜਗਿਆਸੂ ਵਾਹਿਗੁਰੂ ਅੱਗੇ ਬੇਨਤੀਆਂ ਕਰਦਾ ਕਿ ਇਹ ਦੁਨੀਆ ਅੱਗ ਦਾ ਸਮੁੰਦਰ ਆ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਮੈਂ ਅਜਾਨ ਜਨ ਤਰਬੇ ਨਾ ਜਾਨੂ, ਮੋਕੋ ਬਾਂਹ ਦੇ ਬਾਹਾਂ ਦੇ ਬੀਠਲਾ। ਇੱਦਾਂ ਫਿਰ ਮੈਨੂੰ ਬਾਂਹ ਦੇ ਕੇ ਨਾ ਆਪਣੀ ਵਾਹਿਗੁਰੂ ਪਰਮੇਸ਼ਰ ਹੱਥ ਵਿੱਚ ਹੱਥ ਫੜ ਕੇ, ਬਾਂਹ ਫੜ ਕੇ ਮੇਰੀ ਤਾਰ ਦੇ, ਮੈਂ ਤਰਨਾ ਨਹੀਂ ਜਾਣਦਾ, ਮੈਂ ਤਾਰੋ ਤਾਰਨ ਹਾਰੇ। ਗੁਰੂ ਅਰਜਨ ਦੇਵ ਜੀ ਬਹੁਤ ਸੋਹਣਾ ਪੇਸ਼ ਕਰ ਰਹੇ ਆ ਇਹ ਵਾਹਿਗੁਰੂ ਦੀ ਬਾਣੀ ਦਾ ਕਲਾਮ ਜੋ ਹੈ। ਮਾਧੋ ਤੂੰ ਠਾਕੁਰ ਸਿਰ ਮੋਰਾ, ਬਾਣੀ ਦਾ ਜੋ ਸ਼ਬਦ ਹੈ ਮਾਧੋ, ਹੇ ਵਾਹਿਗੁਰੂ ਮਾਧੋ ਜੀ, ਤੂੰ ਠਾਕੁਰ, ਤੂੰ ਸਾਡੇ ਸਿਰ ਦਾ ਸਿਰ ਮੋਰਾ ਸਾਈਂ ਹੈ, ਤੂੰ ਮੇਰੇ ਸਿਰ ਦਾ ਸਹਾਰਾ ਹੈ, ਤੂੰ ਮੇਰੇ ਮੱਤ ਤੇ ਸਿਦਕ ਦਾ ਆਸਰਾ ਹੈ ਵਾਹਿਗੁਰੂ। ਈਹਾਂ ਊਹਾਂ, ਇੱਥੇ ਵੀ ਊਹਾਂ ਤੋਂ ਭਾਵ ਦਰਗਾਹ ਵਿੱਚ ਵੀ, ਈਹਾਂ ਊਹਾਂ ਤੁਹਾਰੋ ਧੋਰਾ, ਧੋਰੇ ਦਾ ਭਾਵ ਆ ਆਸਰਾ, ਧੋਰੇ ਦਾ ਭਾਵ ਹੈ ਸਹਾਰਾ, ਧੋਰੇ ਦਾ ਭਾਵ ਹੈ ਉਹ ਜੀਵ ਜਿਹੜਾ ਡੋਲਦਾ, ਉਹਨੂੰ ਡੋਲਣ ਤੋਂ ਬਚਾਉਣ ਵਾਲਾ ਵਾਹਿਗੁਰੂ। ਇੱਥੇ ਤੇ ਉੱਥੇ ਮੇਰੇ ਸਹਾਰੇ ਤੁਸੀਂ ਹੋ, ਤੁਹਾਡੇ ਕਰਕੇ ਮੈਂ ਡੋਲਦਾ ਨਹੀਂ ਹਾਂ। ਰਹਾਓ, ਠਹਿਰਾਓ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਕਹਿੰਦੇ, ਕੀਤੇ ਕੋ ਮੇਰੇ ਸਮਾਨੈ, ਕਰਨ ਹਾਰ ਤ੍ਰਿਣ ਜਾਣੈ। ਕੀਤੇ ਕੋ ਮੇਰੇ ਸਮਾਨੈ, ਕਰਨ ਹਾਰ ਤ੍ਰਿਣ ਜਾਣੈ। ਹੁਣ ਜਿਹੜਾ ਵਾਹਿਗੁਰੂ ਹੈ ਉਹਨੂੰ ਬੰਦਾ ਬਹੁਤ ਛੋਟਾ ਸਮਝਦਾ ਹੈ, ਬਹੁਤ ਛੋਟਾ। ਗੁਰੂ ਅਰਜਨ ਦੇਵ ਜੀ ਕਹਿੰਦੇ ਤੀਲੇ ਕੇ ਜਿੱਡਾ ਤ੍ਰਿਣ ਜਾਣੈ। ਤ੍ਰਿਣ ਦਾ ਭਾਵ ਹੈ ਤੀਲਾ, ਪਰ ਵਾਹਿਗੁਰੂ ਦੀਆਂ ਬਣਾਈਆਂ ਚੀਜ਼ਾਂ ਨੂੰ ਵੱਡਾ ਮੰਨੀ ਫਿਰਦਾ, ਉਹਨਾਂ ਨੂੰ ਪਹਾੜ ਮੰਨਦਾ। ਕੀਤੇ ਕੋ ਮੇਰੇ, ਮੇਰੇ ਦੇ ਅਰਥ ਆ ਪਹਾੜ, ਪਹਾੜ ਦੇ ਸਮਾਨ ਸਮਝਦਾ ਵਾਹਿਗੁਰੂ ਨੇ ਜੋ ਵੀ ਬਣਾਇਆ। ਹੁਣ ਜਿਵੇਂ ਸਮਝੋਗੇ ਇਸ ਤਰ੍ਹਾਂ ਵੱਧ ਤੁਸੀਂ ਇਹ ਗੱਲ, ਜਿਹੜੀ ਇਹ ਮਾਇਆ ਵਾ, ਪੈਸਾ ਵਾ, ਇਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਆ। ਮਾਇਆ, ਕਰੰਸੀ, ਡਾਲਰ, ਯੂਰੋ, ਕੋਈ ਵੀ ਪੈਸਾ, ਰੁਪਈਆ, ਜ਼ਮੀਨ, ਜਾਇਦਾਦ, ਬੰਦਾ ਰੱਬ ਤੋਂ ਇਹਨਾਂ ਚੀਜ਼ਾਂ ਨੂੰ ਵੱਡਾ ਮੰਨਦਾ ਹੈ। ਜਿਸ ਦਿਨ ਉਹ ਰੱਬ ਦੀਆਂ ਬਣਾਈਆਂ ਵਸਤੂਆਂ ਨੂੰ ਰੱਬ ਤੋਂ ਵੱਡਾ ਮੰਨਣ ਲੱਗ ਜਾਂਦਾ ਹੈ ਤੇ ਰੱਬ ਨੂੰ ਤੀਲੇ ਵਰਗਾ ਸਮਝਣ ਲੱਗ ਜਾਂਦਾ, ਉਸ ਦਿਨ ਉਹਦੀ ਜ਼ਿੰਦਗੀ ਦਾ ਸੂਰਜ ਡੁੱਬ ਜਾਂਦਾ। ਗੁਰੂ ਅਰਜਨ ਦੇਵ ਜੀ, ਫਿਰ ਬੰਦਾ ਜਦੋਂ ਰੱਬ ਦੀਆਂ ਦਾਤਾਂ ਜਿਹੜੀਆਂ ਨੇ ਉਹਨਾਂ ਨੂੰ ਬਾਹਲਾ ਵੱਡਾ ਤੇ ਰੱਬ ਨੂੰ ਤੁੱਛ ਮੰਨਦਾ, ਦਾਤਾਂ ਨੂੰ ਯਾਦ ਰੱਖਦਾ, ਦਾਤੇ ਨੂੰ ਭੁੱਲ ਜਾਂਦਾ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਕਿਉਂ ਹੁੰਦਾ ਸਭ ਕੁਝ ਜਾਣੈ ਨਾਹੀਂ ਮਰਨ ਵਿਚਾਰਾ। ਉਹ ਮੌਤ ਭੁਲਾ ਦਿੰਦਾ ਹੈ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਅੱਗੇ ਵੀ ਇਹਦਾ ਜ਼ਿਕਰ ਕੀਤਾ। ਗੁਲਿਸਤਾਂ ਨਾਮ ਹੈ ਇਸ ਦਾ, ਕਿਤਾਬ ਦਾ ਨਾਮ ਹੈ ਗੁਲਿਸਤਾਂ। ਜਦੋਂ ਕਿਤਾਬ ਦਾ ਨਾਮ ਲਿਆ ਜਾਂਦਾ, ਇਹਦੇ ਅਰਥ ਇਹ ਨਹੀਂ ਹੁੰਦੇ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਮੈਂ ਇਹ ਕਿਤਾਬਾਂ ਪੜ੍ਹਦਾ ਹਾਂ, ਇਹਨਾਂ ਦੀ ਗਿਣਤੀ ਗਿਣਾਵਾਂ ਤੁਹਾਨੂੰ, ਮੈਂ ਇੰਨੀਆਂ ਪੜ੍ਹਦਾ। ਇਹਦਾ ਮਤਲਬ ਤੁਹਾਨੂੰ ਇਹ ਦੱਸ ਰਿਹਾ ਹੁੰਦਾ ਕਿ ਇਹ ਖਰੀਦ ਕੇ ਤੁਸੀਂ ਪੜ੍ਹ ਲਓ, ਇਹ ਤਾਂ ਦੱਸਿਆ ਜਾਂਦਾ ਹੈ। ਉਹਦੇ ਵਿੱਚ ਇੱਕ ਗੱਲ ਲਿਖੀ ਜਿਹੜੀ ਤੀਰ ਵਾਂਗੂ ਅੰਦਰ ਵੱਜੀ ਹੈ। ਕਹਿੰਦੇ ਨੇ 10 ਫਕੀਰ, 10 ਸਾਧੂ ਇੱਕ ਕੰਬਲ ਵਿੱਚ ਰਹਿ ਸਕਦੇ ਆ, ਪਰ 2 ਰਾਜੇ ਇੱਕ ਦੇਸ਼ 'ਚ ਨਹੀਂ ਰਹਿ ਸਕਦੇ।
ਦੁਬਾਰਾ ਦੁਹਰਾ ਦਈਏ, ਇਹ ਸਭ ਰੱਬ ਦੇ ਪਿਆਰੇ ਜਿਹੜੇ ਹੁੰਦੇ ਆ, ਉਹ 10 ਹੋਣ ਨਾ 10 ਫਕੀਰ ਫੱਕਰ ਬੰਦੇ, ਉਹ ਇੱਕ ਕੰਬਲ ਵਿੱਚ ਰਹਿ ਲੈਣਗੇ, ਪਰ 2 ਭਰਾ ਇੱਕ ਘਰ ਵਿੱਚ ਨਹੀਂ ਰਹਿ ਸਕਦੇ। 10 ਫਕੀਰ ਰੱਬ ਦੇ ਪਿਆਰੇ ਇੱਕ ਕੰਬਲ ਵਿੱਚ ਜ਼ਿੰਦਗੀ ਕੱਢ ਲੈਣਗੇ, ਪਰ 2 ਰਾਜਿਆਂ ਤੋਂ ਇੱਕ ਏਡੇ ਵੱਡੇ ਦੇਸ਼ 'ਚ ਨਹੀਂ ਰਹਿ ਹੁੰਦਾ। ਕੀਤੇ ਕੋ ਮੇਰੇ ਸਮਾਨੈ, ਕਰਨ ਹਾਰ ਤ੍ਰਿਣ ਜਾਣੈ। ਤਾਂ ਜਿਹੜਾ ਵਾਹਿਗੁਰੂ ਆ, ਉਹਨੂੰ ਬੰਦਾ ਕੁਝ ਨਹੀਂ ਸਮਝਦਾ, ਕੁਝ ਵੀ। ਜਿਹੜੀਆਂ ਵਾਹਿਗੁਰੂ ਨੇ ਬਣਾਈਆਂ ਚੀਜ਼ਾਂ ਨੇ, ਉਹਨਾਂ ਨੂੰ ਬਹੁਤ ਵੱਡਾ ਮੰਨੀ ਫਿਰਦਾ, ਬਹੁਤ ਵੱਡਾ, ਰੱਬ ਤੋਂ ਵੀ ਵੱਡਾ। ਜ਼ਮੀਨ ਕਿਹਨੇ ਬਣਾਈ ਆ? ਪਰਮਾਤਮਾ ਨੇ ਬਣਾਈ ਆ। ਕਈ ਵਾਰੀ ਜੱਦੀ ਜ਼ਮੀਨ ਨਹੀਂ ਮਿਲ ਜਾਂਦੀ ਸਾਨੂੰ, ਵਿਰਾਸਤ ਦੇ ਵਿੱਚ ਜਾਇਦਾਦ ਜਿਹੜੀ ਆ, ਜਾਂ ਪੈਸਾ ਮਿਲ ਜਾਂਦਾ, ਕਈ ਜੰਮਦੇ ਹੀ ਅਮੀਰ ਹੁੰਦੇ ਆ ਵਾਹਿਗੁਰੂ ਦੀ ਰਜ਼ਾ ਵਿੱਚ। ਤਾਂ ਉਹ ਬੰਦੇ ਜਿਹੜੇ ਆ, ਜਾਂ ਕੋਈ ਵੀ ਆ ਜਿਨ੍ਹਾਂ ਨੇ ਜ਼ਮੀਨ ਖਰੀਦੀ ਆ, ਫਿਰ ਉਹ ਰੱਬ ਤੋਂ ਜ਼ਮੀਨ ਨੂੰ ਵੱਡਾ ਮੰਨ ਲੈਂਦੇ ਆ। ਲੋਕ ਵੀ ਰੱਬ ਦੇ ਪਿਆਰਿਆਂ ਦੀ ਜਗ੍ਹਾ 'ਤੇ ਪੈਸੇ ਵਾਲੇ ਦਾ ਜ਼ਿਆਦਾ ਸਨਮਾਨ ਕਰਦੇ ਆ। ਇਹ ਵੀ ਕਿਹਾ ਜਾਂਦਾ, ਪਿੰਡ ਦੇ ਵਿੱਚ ਜਿਹੜੀ ਇੱਜ਼ਤ ਹੁੰਦੀ ਆ, ਉਹ ਅਕਲ ਦੀ ਨਹੀਂ ਹੁੰਦੀ, ਜ਼ਮੀਨ ਦੀ ਹੁੰਦੀ ਆ। ਪਿੰਡ ਵਿੱਚ ਜਿਹੜੀ ਇੱਜ਼ਤ ਹੁੰਦੀ ਆ, ਉਹ ਜ਼ਮੀਨ ਦੀ ਹੁੰਦੀ ਆ, ਅਕਲ ਦੀ ਨਹੀਂ ਹੁੰਦੀ। ਲੋਕ ਜਿਹੜੇ ਨੇ, ਉਹ ਇੱਜ਼ਤ ਪੈਸੇ ਨੂੰ ਦਿੰਦੇ ਆ, ਬੰਦੇ ਦੇ ਰੁਤਬੇ ਨੂੰ ਦਿੰਦੇ ਆ। ਜਦੋਂ ਬੰਦਾ ਰਿਟਾਇਰ ਹੋ ਜਾਂਦਾ, ਹੁਣ ਉਹੋ ਜਿਹੀ ਇੱਜ਼ਤ ਨਹੀਂ ਮਿਲਦੀ ਜਿਹੜੀ ਰੁਤਬੇ 'ਤੇ ਮਿਲਦੀ। ਕੀਤੇ ਕੋ ਮੇਰੇ ਸਮਾਨੈ, ਕਰਨ ਹਾਰ ਤ੍ਰਿਣ ਜਾਣੈ। ਇਹ ਗੱਲਾਂ ਇੰਨੀਆਂ ਸੱਚੀਆਂ ਨੇ, ਇਹ ਤੀਰ ਵਾਂਗੂ ਬੰਦੇ ਦੇ ਵੱਜਦੀਆਂ, ਬੰਦਾ ਸੁਣ ਨਹੀਂ ਸਕਦਾ। ਬਾਣੀ ਦੇ ਜਿਹੜੇ ਅਰਥ ਆ ਨਾ, ਬੰਦੇ 'ਚ ਇੰਨੀ ਹਉਮੈ ਆ, ਬੰਦਾ ਇਹਨਾਂ ਨੂੰ ਜੇ ਸੁਣ ਲਵੇ, ਹਜੇ ਬੰਦਾ ਸੁਣਦਾ ਨਹੀਂ ਹੈਗਾ। ਉਹਦੇ ਕੰਨ ਲੋੜ ਤੋਂ ਵੱਧ ਪਰਦਿਆਂ ਨਾਲ ਢਕੇ ਹੋਏ ਆ, ਬਾਣੀ ਪਹੁੰਚਦੀ ਨਹੀਂ ਉੱਥੇ ਤੱਕ। ਅਤੇ ਇਹ ਚੀਜ਼ਾਂ ਤਾਂ ਬੰਦੇ ਦੀਆਂ ਧੱਜੀਆਂ ਉਡਾ ਦਿੰਦੀਆਂ। ਬਾਣੀ ਕੀ ਕਰਦੀ ਆ? ਬੰਦੇ ਦੇ ਖੋਖਲੇਪਣ ਦੀਆਂ ਧੱਜੀਆਂ ਉਡਾ ਦਿੰਦੀ ਆ। ਬਾਣੀ ਇੱਕ ਤੋਪ ਦਾ ਕੰਮ ਕਰਦੀ ਆ, ਗੋਲਾ ਸੁੱਟਦੀ ਆ ਬੰਦੇ ਦੀ ਹਉਮੈ 'ਤੇ, ਉਹਨੂੰ ਭੰਨਦੀ ਆ। ਇਹ ਤਾਂ ਰੱਬ ਨੂੰ ਤੂੰ ਬੰਦਿਆ, ਗੁਰੂ ਅਰਜਨ ਦੇਵ ਜੀ ਕਹਿੰਦੇ, ਤੀਲੇ ਵਾਂਗੂ ਸਮਝ ਲਿਆ। ਤ੍ਰਿਣ ਜਾਣੈ, ਤ੍ਰਿਣ ਦਾ ਅਰਥ ਆ ਤੀਲਾ। ਉਹਦੀ ਬਣਾਈ ਜ਼ਮੀਨ ਨੂੰ ਤੂੰ ਵੱਡਾ ਮੰਨ ਲਿਆ। ਉਹਦੀ ਖਾਤਰ ਤੂੰ ਕਤਲ ਕਰਦੇ, ਉਹਦੀ ਖਾਤਰ ਤੂੰ ਸਭ ਕੁਝ ਕੀਤਾ। ਪੈਸੇ ਦੀ ਖਾਤਰ ਤੂੰ ਰਿਸ਼ਤੇ ਵਿਗਾੜ ਲਏ, ਸਭ ਕੁਝ ਤੂੰ ਕਰ ਲਿਆ। ਰੱਬ ਨੂੰ ਤੂੰ ਬੜਾ ਛੋਟਾ ਕਰ ਦਿੱਤਾ। ਜਿਸ ਦਿਨ ਬੰਦਾ ਆਪਣੀ ਨਿਗਾਹ ਦੇ ਵਿੱਚ ਰੱਬ ਨੂੰ ਛੋਟਾ ਕਰ ਦਿੰਦਾ ਹੈ, ਉਸ ਦਿਨ ਉਹਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਉਹ ਰਹਿ ਨਹੀਂ ਸਕਦਾ ਸੰਸਾਰ 'ਚ, ਰਹੂਗਾ ਖਿੱਝ ਕੇ ਰਹੂਗਾ ਪਰੇਸ਼ਾਨ ਰਹੂਗਾ ਦੁਖੀ ਰਹੂਗਾ। 10 ਫਕੀਰ ਇੱਕ ਕੰਬਲ 'ਚ ਰਹਿ ਸਕਦੇ ਆ, 2 ਰਾਜੇ ਇੱਕ ਦੇਸ਼ 'ਚ ਨਹੀਂ ਰਹਿ ਸਕਦੇ। ਕਿੱਡਾ ਵੱਡਾ ਦੇਸ਼ ਆ, ਕੰਬਲ ਬੜਾ ਛੋਟਾ। ਫਕੀਰਾਂ ਨੂੰ ਰਹਿਣਾ ਆਉਂਦਾ, ਇਹਦੇ ਅਰਥ ਇਹ ਆ। 10 ਫਕੀਰ ਇੱਕ ਕੰਬਲ 'ਚ ਰਹਿ ਸਕਦੇ ਆ, ਫੱਕਰ ਰੱਬ ਦੇ ਪਿਆਰੇ। 2 ਭਰਾਵਾਂ ਤੋਂ ਇੱਕ ਛੋਟਾ ਜਿਹਾ ਮਕਾਨ ਜਾਂ ਵੱਡਾ ਸਾਰਾ ਮਹਿਲ, ਉਹਦੇ ਵਿੱਚ ਮਾਂ ਲਈ ਕੋਈ ਜਗ੍ਹਾ ਨਹੀਂ ਹੁੰਦੀ, ਕਈ ਵਾਰ ਪਿਤਾ ਲਈ ਕੋਈ ਜਗ੍ਹਾ ਨਹੀਂ ਹੁੰਦੀ। ਇੱਕ ਨਿੱਕੀ ਜਿਹੀ ਖੁੱਡ ਦੇ ਵਿੱਚ ਹਜ਼ਾਰਾਂ ਕੀੜੀਆਂ ਰਹਿ ਲੈਂਦੀਆਂ ਨੇ, ਪਿਆਰ ਦੇ ਨਾਲ ਵੰਡ ਕੇ ਛਕਦੀਆਂ। ਬੰਦੇ ਤੋਂ ਰਹਿ ਨਹੀਂ ਹੁੰਦਾ। ਇਸ ਕਰਕੇ ਤੂੰ ਦਾਤਾ ਮੰਗਣ ਕੋ ਸਕਦੀ, ਦਾਨ ਦੇਹੇ ਪ੍ਰਭ ਪਾਵੈ। ਬਾਣੀ ਜਿਹੜੀ ਆ, ਉਹ ਸਾਨੂੰ ਅੰਦਰ, ਜਿਹੜਾ ਸਾਡਾ ਅੰਦਰ ਆ, ਉੱਥੇ ਠੰਡ ਪਾਉਂਦੀ ਆ ਬਾਣੀ। ਇਹਨੂੰ ਸੁਣਦਿਆਂ ਹੀ ਪਤਾ ਲੱਗਦਾ ਵੀ ਪੈਸਾ ਬਹੁਤ ਕੁਝ ਆ, ਪਰ ਸਾਰਾ ਕੁਝ ਬਾਣੀ ਆ। ਇਹਨੂੰ ਸੁਣ ਕੇ, ਇਹਨੂੰ ਸਮਝ ਕੇ ਪਤਾ ਲੱਗਦਾ ਵੀ ਪੈਸੇ ਦੀ ਬਹੁਤ ਅਹਿਮੀਅਤ ਆ। ਪੈਸਾ ਜ਼ਰੂਰੀ ਆ, ਬਹੁਤ ਜ਼ਰੂਰੀ ਅੰਗ ਆ, ਪਰ ਬਾਣੀ ਵੀ ਬਹੁਤ ਜ਼ਰੂਰੀ ਆ। ਇਦੋਂ ਬਿਨਾਂ ਵੀ ਸਰਨਾ ਨਹੀਂ ਹੈਗਾ। ਸਾਖੀ ਇੱਕ ਆਉਂਦੀ ਗੁਰੂ ਨਾਨਕ ਦੇਵ ਜੀ ਦੀ, ਲੜੀਵਾਰ ਹੈ ਜਿਹੜੀ ਆਪਾਂ ਸ਼ੁਰੂ ਕੀਤੀ। ਗੁਰੂ ਨਾਨਕ ਜੀ ਦੀ ਬਰਾਤ ਸੁਲਤਾਨਪੁਰੋਂ ਹੁੰਦੀ ਹੋਈ
ਬਾਅਦ ਵਿੱਚ ਤਲਵੰਡੀ ਆਈ ਆ, ਰਾਏ ਭੋਏ ਦੀ ਤਲਵੰਡੀ। ਪਿਤਾ ਜੀ ਤੇ ਮਾਤਾ ਜੀ ਤ੍ਰਿਪਤਾ ਜੀ ਬਹੁਤ ਖੁਸ਼ ਸੀਗੇ ਕਿ ਚਲੋ ਪੁੱਤਰ ਦਾ ਵਿਆਹ ਹੋ ਗਿਆ। ਹੁੰਦਾ ਹੀ ਆ ਸਭ ਨੂੰ ਕਿ ਦੁਨਿਆਵੀ ਰੀਤ ਦਾ ਕਿ ਫਿਕਰ ਜਿਹਾ ਲੱਗਾ ਰਹਿੰਦਾ ਵੀ ਉਹ ਰੱਬ ਦੀ ਚਿੰਤਾ ਅਸੀਂ ਕਰਨ ਲੱਗ ਜਾਂਦੇ ਕਈ ਵਾਰੀ। ਇਹ ਚਿੰਤਾ ਉਹਦੀ ਹੁੰਦੀ ਆ ਜਦੋਂ ਬੰਦਾ ਵੱਡਾ ਬਣਦਾ, ਰੱਬ ਤੋਂ ਕੋਸ਼ਿਸ਼ ਕਰਦਾ, ਉਦੋਂ ਤਬਾਹ ਹੋ ਜਾਂਦਾ ਬੰਦਾ। ਰੱਬ ਦਾ ਕੰਮ ਹੈ ਬੰਦੇ ਦੀ ਚਿੰਤਾ ਕਰਨਾ, ਬੰਦੇ ਦਾ ਕੰਮ ਹੈ ਸਿਰਫ ਬੰਦਗੀ ਕਰਨਾ ਤੇ ਕਰਮ ਕਰਨਾ, ਕਿਰਤ ਕਰਨੀ। ਚਿੰਤਾ ਕਰਨੀ ਬੰਦੇ ਦਾ ਕੰਮ ਨਹੀਂ ਹੈਗਾ। ਜਦੋਂ ਤੁਸੀਂ ਰੱਬ ਵਾਲੇ ਕੰਮ ਕਰਨ ਲੱਗ ਜਾਂਦੇ ਹੋ ਉਦੋਂ ਤੁਸੀਂ ਤਬਾਹ ਹੋਣ ਲੱਗ ਜਾਂਦੇ ਹੋ, ਖਤਮ ਹੋ ਜਾਂਦੇ ਹੋ। ਹੁੰਦਾ ਹੀ ਆ ਗੁਰੂ ਨਾਨਕ ਸਾਹਿਬ ਜੀ ਦਾ ਫਿਰ ਉਹ ਜਿਹੜੀ ਫਿਕਰ ਸੀਗੀ, ਉਹ ਵਿਆਹ ਹੋ ਗਿਆ, ਚਲੋ ਉਹ ਬਰਾਤ ਆਉਂਦੀ ਆ ਫਿਰ ਰਾਏ ਭੋਏ ਦੀ ਤਲਵੰਡੀ, ਜਿਹਨੂੰ ਨਨਕਾਣਾ ਸਾਹਿਬ ਬਾਅਦ ਵਿੱਚ ਪਿਆ ਨਾਮ। ਨਨਕਾਣਾ ਸਾਹਿਬ ਕਹਿ ਲਓ, ਵੱਧ ਸਮਝ ਆ ਜੂਗੀ। ਅਤੇ ਹੁਣ ਫਿਰ ਕੁਝ ਦਿਨ ਉੱਥੇ ਰਹੇ ਮਹਾਰਾਜ। ਹੁਣ ਫਿਰ ਉਹ ਉੱਥੇ ਰਹਿਣਾ ਨਹੀਂ ਚਾਹੁੰਦੇ ਹੈਗੇ ਕਿਉਂਕਿ ਉਹਨਾਂ ਦਾ ਕੰਮ ਜਿਹੜਾ ਹੈ ਮੋਦੀ ਖਾਨਾ, ਉਹ ਤਾਂ ਸੁਲਤਾਨਪੁਰ ਆ ਨਾ। ਅਤੇ ਉਹ ਤਿਆਰ ਹੋਣ ਲੱਗੇ ਜਦੋਂ ਪਿਤਾ ਜੀ ਤੋਂ ਆਗਿਆ ਲੈਣੀ ਆ ਕਿ ਹੁਣ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਜੀ, ਉੱਥੇ ਮੋਦੀ ਖਾਨਾ ਸੰਭਾਲਣਾ। ਕਈ ਦਿਨ ਹੋ ਗਏ ਆ। ਪਿਤਾ ਜੀ ਕਹਿਣ ਲੱਗੇ, ਪੁੱਤਰ ਮੈਂ ਇੱਕ ਗੱਲ ਤੈਨੂੰ ਕਹਾਂਗਾ ਜਿਹੜੀ ਇੱਥੇ ਆਈ ਹੈ, ਕੀਤੇ ਕਉ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਜਾਣੈ। ਕਹਿੰਦੇ ਜਿਵੇਂ ਪੁੱਤਰ ਪਾਣੀ ਤੋਂ ਬਿਨਾਂ ਖੇਤੀ ਨਹੀਂ ਹੁੰਦੀ। ਇਹ ਪਿਤਾ ਜੀ ਦੇ ਸ਼ਬਦ ਸੀਗੇ, ਗੁਰੂ ਨਾਨਕ ਜੀ ਨੂੰ ਸਮਝਾ ਰਹੇ ਆ। ਜਿਵੇਂ ਮੇਘ ਬਿਨਾਂ ਤੋਂ ਖੇਤੀ ਜਾਏ, ਜਿਵੇਂ ਪਾਣੀ ਤੋਂ ਬਿਨਾਂ, ਬੱਦਲਾਂ ਤੋਂ ਬਿਨਾਂ, ਵਰਖਾ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ, ਜਿਵੇਂ ਕਿ ਸਰੋਵਰ ਜਿਹੜਾ ਹੁੰਦਾ ਪਾਣੀ ਤੋਂ ਬਿਨਾਂ ਸਰੋਵਰ ਨਹੀਂ ਕਹਾ ਸਕਦਾ। ਬੰਦਾ ਮਰਦ ਪੈਸੇ ਤੋਂ ਬਿਨਾਂ ਮਰਦ ਨਹੀਂ ਕਹਾ ਸਕਦਾ। ਜਿਹੜੀ ਆਮਦਨ ਹੁੰਦੀ ਆ ਬੰਦੇ ਦੀ, ਉਹ ਬੰਦੇ ਦੇ ਅੱਧੇ ਨੁਕਸ ਢੱਕ ਲੈਂਦੀ ਆ। ਕਿਤਾਬ ਪੜ੍ਹ ਰਿਹਾ ਸੀ ਮੈਂ ਇੱਕ ਬਹੁਤ ਸੋਹਣੀ। ਆਮਦਨ ਜਿਹੜੀ ਹੁੰਦੀ ਆ ਉਹ ਬੰਦੇ ਦੇ ਅੱਧੇ ਨੁਕਸ ਢੱਕ ਲੈਂਦੀ ਆ। ਲੋਕਾਂ ਨੂੰ ਲੱਗਦਾ ਵੀ ਸਾਰੀ ਢੱਕ ਲੈਂਦੀ ਆ। ਕਈ ਵਾਰ ਲੋਕ ਇਹ ਸਮਝਦੇ ਆ ਵੀ ਸਾਰੇ ਨੁਕਸ ਹੀ ਕੱਜੇ ਗਏ ਜੇ ਬੰਦੇ ਦੀ 50-60 ਹਜ਼ਾਰ ਤਨਖਾਹ ਮਹੀਨੇ ਦੀ। ਤਾਂ ਪਿਤਾ ਜੀ ਕਹਿਣ ਲੱਗੇ, ਨਾਨਕ ਵੇਖ, ਜਿਵੇਂ ਪਾਣੀ ਤੋਂ ਬਿਨਾਂ ਖੇਤੀ ਨਹੀਂ ਹੁੰਦੀ, ਪਾਣੀ ਤੋਂ ਬਿਨਾਂ ਸਰੋਵਰ ਨਹੀਂ ਬਣਦਾ, ਸੂਰਜ ਬਿਨਾਂ ਦਿਨ ਨਹੀਂ ਚੜ੍ਹਦਾ, ਇਸ ਤਰ੍ਹਾਂ ਪੁੱਤਰ ਜੀ ਆਮਦਨ ਤੋਂ ਬਿਨਾਂ ਬੰਦਾ, ਪੈਸੇ ਤੋਂ ਬਿਨਾਂ ਮਰਦ ਨਹੀਂ ਬਣਦਾ। ਖਿਆਲ ਰੱਖੋ ਇਹ ਗੱਲਾਂ ਦਾ। ਉਹ ਜੋ ਵੰਡਦੇ ਹੋ ਗਰੀਬਾਂ ਨੂੰ, ਉਹ ਜੋ ਦਾਨ ਦਿੰਦੇ ਹੋ, ਉਹ ਥੋੜ੍ਹਾ ਜਿਹਾ ਸੰਕੋਚ ਲਓ। ਹੁਣ ਵਿਆਹੇ ਗਏ, ਅਰਥ ਇਹ ਸੀਗੇ ਗੁਰੂ ਨਾਨਕ ਸਾਹਿਬ ਜੀ ਜਦੋਂ ਸਵਾਰ ਹੋਣ ਲੱਗੇ ਆ ਵਾਹਨ 'ਤੇ ਜਿਹੜਾ ਆਇਆ ਹੋਇਆ ਵਾ ਹੁਣ ਸੁਲਤਾਨਪੁਰ ਜਾਣਾ, ਇਹ ਗੱਲਾਂ ਵਾਰ-ਵਾਰ ਕਹਿ ਰਹੇ ਆ। ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਆਪਣੀ ਨੂੰਹ ਦਾ, ਮਾਤਾ ਸੁਲੱਖਣੀ ਜੀ ਦਾ ਮੱਥਾ ਚੁੰਮਿਆ ਹੈ ਅਤੇ ਉਹਨਾਂ ਨੂੰ ਰਵਾਨਾ ਕੀਤਾ ਇਹ ਗੱਲਾਂ ਸਮਝਾ ਕੇ ਕਿ ਪੈਸਾ ਹੀ ਦੁਨੀਆ ਦਾ ਸਭ ਤੋਂ ਜ਼ਰੂਰੀ ਅੰਗ ਹੈ ਪੁੱਤਰ ਜੀ। ਹੁਣ ਤੁਸੀਂ ਵਿਆਹੇ ਗਏ ਹੋ, ਪਹਿਲਾਂ ਵਾਲੀਆਂ ਗੱਲਾਂ ਨਹੀਂ ਚੱਲਣੀਆਂ। ਹੁਣ ਤੁਹਾਨੂੰ ਸੰਕੋਚ ਕੇ ਵਰਤਣਾ ਪੈਣਾ। ਭਾਵੇਂ ਸਭ ਕੁਝ ਠੀਕ ਸੀਗਾ, ਪਹਿਲਾਂ 135 ਰੁਪਏ ਵਧੇ ਆ ਲੇਖੇ ਦੇ ਵਿੱਚ, ਫਿਰ ਦੂਜੀ ਵਾਰ 321 ਰੁਪਏ ਵਧੇ ਆ ਲੇਖੇ ਦੇ ਵਿੱਚ। ਸੰਗਤ ਜੀ ਜਦੋਂ ਲੇਖਾ ਕੀਤਾ, ਮਹਾਰਾਜ ਨੇ ਲਾਭ ਵੀ ਦਿਖਾਇਆ ਮੋਦੀ ਖਾਨੇ ਵਿੱਚ, ਪਰ ਫਿਰ ਵੀ ਪਿਤਾ ਜੀ ਨੂੰ ਫਿਕਰ ਲੱਗੀ ਆ ਵੀ ਗੁਰੂ ਨਾਨਕ ਜੀ ਜੋ ਹਨ ਉਹ ਕਿਤੇ ਹੁਣ ਵਿਆਹੇ ਗਏ, ਕਿਤੇ ਇਹ ਨਾ ਹੋਵੇ ਮਨਾ, ਇਹ ਕਿਤੇ ਫਿਰ ਇੱਦਾਂ ਹੀ ਕੋਈ ਇਹਨਾਂ ਨੂੰ ਸਮੱਸਿਆ ਆਵੇ ਕਬੀਲਦਾਰੀ ਦੇ ਵਿੱਚ। ਇਹ ਸਮਝਾਇਆ ਸੀਗਾ। ਫਿਰ ਉਹ ਉੱਥੋਂ ਹੁੰਦੇ ਹੋਏ ਛਕੜਿਆਂ 'ਤੇ ਸਵਾਰ ਹੋ ਕੇ ਜੀ ਸੁਲਤਾਨਪੁਰ ਆ ਗਏ ਆ। ਭਾਈ ਬਾਲਾ ਜੀ ਜਨਮ ਸਾਖੀ ਵਿੱਚ ਲਿਖਦੇ ਆ, ਗੁਰੂ ਨਾਨਕ ਸਾਹਿਬ ਜੀ ਫਿਰ ਮੋਦੀ ਦੀ ਕਾਰ ਕਰਦੇ ਆ। ਬੇਬੇ ਨਾਨਕੀ ਜੀ ਮਾਤਾ ਸੁਲੱਖਣੀ ਜੀ ਨੂੰ ਬਹੁਤ ਸੋਹਣੀ ਚੌਂਕੀ 'ਤੇ ਬਿਠਾਉਂਦੇ ਆ, ਬਹੁਤ ਪਿਆਰ ਕਰਦੇ ਆ। ਕਹਿੰਦੇ ਨੇ ਇਹ ਮੇਰੀ ਸੋਹਣੀ ਭਰਜਾਈ ਹੈ, ਬੜੇ ਲਾਡ ਲਡਾਉਂਦੇ ਨੇ ਉਹਨਾਂ ਨੂੰ ਬੇਬੇ ਨਾਨਕੀ ਜੀ, ਉਹਨਾਂ ਦੇ ਚਾਅ ਪੂਰੇ ਕਰਦੇ। ਹੌਲੀ ਹੌਲੀ ਦਿਨ ਬੀਤਦੇ ਗਏ। ਗੁਰੂ ਨਾਨਕ ਜੀ ਦਾ ਸੁਭਾਅ ਬਿਲਕੁਲ ਵੀ ਬਦਲਿਆ ਨਹੀਂ, ਕਿਉਂਕਿ ਬੰਦਾ ਬਦਲਦਾ ਹੁੰਦਾ, ਨਾ ਘਾਟ ਬਾਦ ਹੋਤ ਹੈ, ਗੁਰੂ ਥੋੜ੍ਹੀ ਬਦਲਦਾ।
ਬੰਦਾ ਬਚਪਨ 'ਚ ਬਿਲਕੁਲ ਰੱਬ ਵਰਗਾ, ਬੰਦੇ ਦੀ ਜੇ ਗੱਲ ਕਰੀਏ ਸੰਤ ਵਰਗਾ, ਭੋਲੇ ਭਾਏ ਮਿਲੇ ਰਘਰਾਇਆ ਪਾਇਓ ਬਾਲ ਬੁੱਧ ਸੁਖਰੇ। ਬਾਲ ਬੁੱਧ ਸੰਤ ਵਰਗੀ ਹੁੰਦੀ ਹੈ, ਬੱਚੇ ਸੰਤ ਹੁੰਦੇ ਆ, ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਸੰਤ ਹਾਂ। ਉਦੋਂ ਅਵਸਥਾ ਦਾ ਨਹੀਂ ਪਤਾ ਹੁੰਦਾ, ਹੁੰਦੇ ਉਹ ਸੰਤ ਹੀ ਆ। ਤਾਂ ਹੌਲੀ ਹੌਲੀ ਫਿਰ ਜਵਾਨੀ ਤੋਂ ਫਿਰ ਬੁਢੇਪਾ, ਇਹਦੇ ਵਿੱਚ ਤਾਂ ਬੜਾ ਕੁਝ ਆ, ਵਿੰਗ ਵਲ ਬਹੁਤ ਪੈ ਜਾਂਦੇ ਆ। ਇਹ ਵਾਲੀਆਂ ਗੱਲਾਂ ਜਿਹੜੀਆਂ ਸੀਗੀਆਂ ਇਹ ਗੁਰੂ ਨਾਨਕ ਸਾਹਿਬ ਵਿੱਚ ਥੋੜ੍ਹੀ ਸੀਗੀਆਂ। ਉਹ ਫਿਰ ਉਵੇਂ ਹੀ ਮੋਦੀ ਦੀ ਕਾਰ ਕਰਦੇ ਆ, ਗਰੀਬਾਂ ਵਿੱਚ ਵੰਡਦੇ ਆ। ਹੁਣ ਇਹ ਗੱਲਾਂ ਵਿੱਚ ਇਮਤਿਹਾਨ ਸੀ ਮਾਤਾ ਸੁਲੱਖਣੀ ਜੀ ਦਾ। ਇਹਨਾਂ ਨੂੰ ਵਿਆਹ ਕੇ ਲੈ ਕੇ ਆਏ ਆ ਮਹਾਰਾਜ, ਉਹਨਾਂ ਦਾ ਇਮਤਿਹਾਨ ਸੀਗਾ। ਉਹ ਇੱਥੇ ਸਭ ਕੁਝ ਵੇਖਿਆ ਕਿ ਇਹ ਤਾਂ ਬਿਲਕੁਲ ਹੀ ਸਾਧੂ ਸੰਤ ਆ। ਉਹਨਾਂ ਨੂੰ ਲੱਗਾ ਮੈਂ ਤਾਂ ਕਿਸੇ ਫਕੀਰ ਦੇ ਨਾਲ ਵਿਆਹੀ ਗਈ ਹਾਂ, ਫਕੀਰ ਦੇ ਨਾਲ। ਘਰ ਵਿੱਚ ਬਾਹਲਾ ਜ਼ਿਆਦਾ ਨਹੀਂ ਆਉਂਦੇ, ਅੱਖਾਂ ਮੀਟ ਕੇ ਬੈਠੇ ਰਹਿੰਦੇ ਆ। ਇੱਕ ਦਿਨ ਬੇਬੇ ਨਾਨਕੀ ਜੀ ਨੂੰ ਕਹਿ ਦਿੱਤਾ ਕਿ ਤੁਹਾਡਾ ਜਿਹੜਾ ਵੀਰ ਆ, ਘਰ ਦੇ ਵਿੱਚ ਇੰਨਾ ਧਿਆਨ ਨਹੀਂ ਜਿੰਨਾ ਬਾਹਰ ਸਾਧੂ ਸੰਤਾਂ ਵਿੱਚ ਧਿਆਨ ਆ। ਅੱਖਾਂ ਮੀਟ ਕੇ ਬੈਠਾ ਰਹਿੰਦਾ ਹੈ, ਮੇਰੇ ਵੱਲ ਜ਼ਿਆਦਾ ਖਿਆਲ ਨਹੀਂ ਰੱਖਦਾ। ਤਾਂ ਇਹ ਸਾਰੀਆਂ ਗੱਲਾਂ ਜਦੋਂ ਕਹੀਆਂ ਤੇ ਭੈਣ ਨਾਨਕੀ ਨੇ ਇਹ ਆਖਿਆ ਸੀ, ਸੋਹਣੇ ਭਰਜਾਈ ਜੀ ਭਰੋਸਾ ਰੱਖੋ, ਵੀਰ ਤੇ ਭਰੋਸਾ ਰੱਖੋ, ਜੋ ਕਰੇਗਾ ਠੀਕ ਕਰੇਗਾ, ਡੋਲੋ ਨਾ, ਸਿਦਕ ਰੱਖੋ ਉਹਨਾਂ ਦੇ, ਭਰੋਸਾ ਰੱਖੋ, ਜੋ ਕਰਨਗੇ ਠੀਕ ਕਰਨਗੇ ਤੇ ਡੋਲੋ ਨਾ। ਜਿਹੜੀ ਵੀ ਤੁਹਾਡੀ ਲੋੜ ਆ, ਕੋਈ ਤੁਹਾਨੂੰ ਲੱਗਦਾ ਨਹੀਂ ਪੂਰੀ ਹੋ ਰਹੀ, ਉਹ ਮੈਂ ਕਰ ਦਿਆਂਗੀ। ਕੋਈ ਸ਼ੌਂਕ ਹੁੰਦਾ, ਜਿਵੇਂ ਬੀਬੀਆਂ ਦੇ ਸ਼ੌਂਕ ਹੁੰਦੇ ਆ ਕਈ, ਗਹਿਣਿਆਂ ਨੂੰ ਲੈ ਕੇ, ਵਸਤਰਾਂ ਨੂੰ ਲੈ ਕੇ। ਇਹ ਆਖਿਆ ਬੇਬੇ ਨਾਨਕੀ ਜੀ ਨੇ, ਉਹ ਮੈਨੂੰ ਦੱਸਿਓ, ਵੀਰ ਨੂੰ ਨਾ ਕੁਝ ਕਿਹੋ, ਮੈਂ ਤੁਹਾਡੇ ਸ਼ੌਂਕ ਪੂਰੇ ਕਰ ਦਾਂਗੀ। ਇਸ ਤਰ੍ਹਾਂ ਪਰ ਉਹ ਮਾਤਾ ਸੁਲੱਖਣੀ ਜੀ ਨੂੰ ਲੱਗ ਰਿਹਾ ਕਿ ਇਹ ਘਰ-ਬਾਰ ਲੁਟਾ ਰਹੇ ਆ, ਇਹ ਸਾਧੂ ਸੰਤਾਂ ਵਿੱਚ ਜ਼ਿਆਦਾ ਰਹਿੰਦੇ ਆ। ਤਾਂ ਇਹ ਇੱਥੇ ਉਹਨਾਂ ਦਾ ਇੱਕ ਇਮਤਿਹਾਨ ਸੀਗਾ ਵੀ ਉਹ ਡੋਲਦੇ ਆ ਕਿ ਨਹੀਂ ਡੋਲਦੇ। ਇਸ ਤਰ੍ਹਾਂ ਇੱਥੇ ਜਿਹੜੇ ਹੁਕਮਨਾਮੇ ਵਿੱਚ ਪੰਕਤੀ ਆਈ, ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਜਾਣੈ। ਬੰਦਾ ਕਈ ਵਾਰੀ ਕੀ ਕਰਦਾ, ਰੱਬ ਦੀਆਂ ਦਾਤਾਂ ਨੂੰ ਬਾਹਲਾ ਵੱਡਾ ਮੰਨ ਲੈਂਦਾ, ਰੱਬ ਨੂੰ ਤ੍ਰਿਣ ਜਾਣੈ, ਰੱਬ ਨੂੰ ਤੀਲੇ ਵਰਗਾ ਹੀ ਸਮਝਦਾ। ਗੁਰੂ ਅਰਜਨ ਦੇਵ ਜੀ, ਉਹਦੇ ਲਈ ਰੱਬ ਤਾਂ ਤੀਲੇ ਵਾਂਗੂ ਹੋ ਜਾਂਦਾ, ਦਾਤ ਬਾਹਲੀ ਵੱਡੀ ਹੋ ਜਾਂਦੀ ਹੈ। ਕਈ ਵਾਰੀ ਪੁੱਤਰ, ਇਹ ਜ਼ਮੀਨ ਇੱਕ ਦਾਤ ਆ, ਪੁੱਤਰ ਇੱਕ ਦਾਤ ਆ, ਧੀ ਇੱਕ ਦਾਤ ਆ, ਪੈਸਾ ਵੀ ਇੱਕ ਦਾਤ ਆ, ਘਰ ਵੀ ਇੱਕ ਦਾਤ ਆ, ਸਭ ਦਾਤ ਆ ਵਾਹਿਗੁਰੂ ਦੀ। ਕਈ ਵਾਰੀ ਇਹ ਸਾਰੀਆਂ ਚੀਜ਼ਾਂ ਇੰਨੀਆਂ ਵੱਡੀਆਂ ਹੋ ਗਈਆਂ, ਬੰਦੇ ਨੇ ਰੱਬ ਨੂੰ ਤ੍ਰਿਣ ਜਾਣੈ, ਤੀਲੇ ਵਰਗਾ ਕਰਤਾ। ਕਹਿੰਦੇ ਰੱਬ ਬਹੁਤ ਛੋਟਾ ਹੋ ਗਿਆ ਮੇਰੀ ਨਿਗਾਹ 'ਚ, ਦਾਤਾਂ ਬਾਹਲੀਆਂ ਵੱਡੀਆਂ ਹੋ ਗਈਆਂ, ਦਾਤਾਂ ਮੇਰੇ ਸਮਾਨ ਨੇ। ਪਹਾੜ ਜਿਹੜਾ ਹੈ ਉਹਦੇ ਸਮਾਨ ਹੋ ਗਈਆਂ ਨੇ ਜਿਹੜੀਆਂ ਦਾਤਾਂ, ਸਮੇਰ ਪਰਬਤ ਬਹੁਤ ਵੱਡਾ ਹੈ। ਇਸ ਤਰ੍ਹਾਂ ਫਿਰ ਉਹਦੇ ਵਰਗੀਆਂ ਦਾਤਾਂ ਉਹਦੀਆਂ ਜਿੱਡੀਆਂ ਹੋ ਗਈਆਂ, ਰੱਬ ਬਹੁਤ ਛੋਟਾ, ਤੀਲੇ ਤੋਂ ਵੀ ਛੋਟਾ ਕਰ ਦਿੱਤਾ ਹੈ। ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਕਹਿੰਦੇ ਨੇ, ਤੂੰ ਦਾਤਾ ਮੰਗਣ ਕੋ ਸਗਲੀ, ਦਾਨ ਦੇਹ ਪ੍ਰਭ ਭਾਨੇ। ਤੂੰ ਦਾਤਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ, ਜੋ ਤੇਥੋਂ ਮੰਗਦੇ ਆ ਤੂੰ ਦੇ ਦਿੰਨਾ, ਅਣਮੰਗਿਆਂ ਵੀ ਦੇ ਰਿਹਾ, ਪਰ ਉਹ ਬੰਦੇ ਨੂੰ ਪਤਾ ਨਹੀਂ ਲੱਗਦਾ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਇੱਕ ਸਕਿੰਟ ਵਿੱਚ ਬਣਾ ਦਵੇਂ, ਇੱਕ ਸਕਿੰਟ ਵਿੱਚ ਕੁਝ ਢਾ ਦਵੇਂ, ਇਹ ਅਚਰਜ ਆ ਤੇਰੇ। ਜਿਹੜਾ ਬੰਦਾ ਕੱਲ੍ਹ ਸਾਡੇ ਨਾਲ ਗੱਲਾਂ ਕਰਦਾ ਸੀ ਉਹ ਅੱਜ ਨਹੀਂ ਰਿਹਾ। ਕਈ ਵਾਰ ਹੁੰਦਾ, ਆਖਰੀ ਮੁਲਾਕਾਤ ਉਹਦੀ ਯਾਦ ਆਉਂਦੀ ਹੈ ਵੀ ਕੱਲ੍ਹ ਤਾਂ ਅਸੀਂ ਮਿਲੇ ਸੀਗੇ, ਅੱਜ ਉਹ ਕਿੱਥੇ ਗਿਆ, ਅੱਜ ਬੁਲਾਇਆ ਨਹੀਂ ਬੋਲਦਾ। ਇਹ ਉਹਦੇ ਤਮਾਸ਼ੇ ਆ। ਅਚਰਜ ਚਲਤ ਤੁਮਾਰੇ, ਰੂੜੋ ਗੂੜੋ। ਰੂੜੋ ਦੇ ਅਰਥ ਆ ਬਹੁਤ ਸੋਹਣਾ, ਹੇ ਵਾਹਿਗੁਰੂ ਤੂੰ ਬਹੁਤ ਸੋਹਣਾ ਹੈ। ਗੂੜੋ ਦੇ ਅਰਥ ਆ ਤੂੰ ਇਹ ਰੰਗਾਂ ਵਿੱਚ, ਜਿਹੜਾ ਆਪਾਂ ਕਹਿੰਦੇ ਆ ਰੰਗ ਇੰਨਾ ਸੋਹਣਾ, ਆ ਪੰਛੀ ਇੰਨੇ ਸੋਹਣੇ, ਆ ਤਿਤਲੀਆਂ ਇੰਨੀਆਂ ਸੋਹਣੀਆਂ, ਗੁਲਾਬ ਇੰਨਾ ਸੋਹਣਾ, ਚੰਦ ਇੰਨਾ ਸੋਹਣਾ, ਇਹ ਸਭ ਉਹਦੀ ਸੁੰਦਰਤਾ ਹੈ। ਗੂੜੋ ਦੇ ਅਰਥ ਇਹ ਲਓ, ਉਹ ਰਮਿਆ ਹੋਇਆ ਹੈ। ਗੈਰ ਗੰਭੀਰੋ, ਗੰਭੀਰ ਦੇ ਅਰਥਾਂ ਨੂੰ ਸਮਝਣਾ, ਡੂੰਘਾ ਬਹੁਤ ਆ ਉਹ। ਆਪਾਂ ਕਹਿੰਦੇ ਉਹ ਬੰਦੇ ਦੀਆਂ ਗੱਲਾਂ ਬਹੁਤ ਡੂੰਘੀਆਂ,
2-3 ਮਿੰਟ ਤਾਂ ਸੋਚੀ ਜਾਂਦਾ ਬੰਦਾ ਕੀ ਕਹਿੰਦਾ। ਰੱਬ ਤਾਂ ਕਈ ਇਦੋਂ ਵੀ ਪਰੇ ਆ, ਉਹਦੀਆਂ ਜੜ੍ਹਾਂ ਉੱਚੋ ਅਗਮਿਆ ਪਾਰੀ, ਉਹ ਬਹੁਤ ਉੱਚਾ ਹੈ, ਉਹ ਅਗੰਮ ਆ, ਉਹ ਗਮਾਂ ਤੋਂ ਪਰੇ ਆ, ਉਹ ਪਹੁੰਚ ਤੋਂ ਪਰੇ ਆ। ਸਾਧ ਸੰਗ ਜੋ ਤੁਮੇ ਮਿਲਾਇਓ, ਜੋ ਸੁਣੀ ਤੁਮਾਰੀ ਬਾਣੀ, ਅਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਪਰ ਜਿਹਨੂੰ ਤੂੰ ਸਾਧ ਸੰਗਤ ਦੇ ਦਿੰਦਾ ਵਾਹਿਗੁਰੂ, ਉਹ ਤੇਰੀ ਫਿਰ ਬਾਣੀ ਸੁਣਦਾ ਹੈ। ਸਾਧ ਸੰਗ ਜੋ ਤੁਮੇ ਮਿਲਾਇਓ, ਸਾਧ ਸੰਗਤ ਵਿੱਚ ਆ ਕੇ ਮਿਲਾਉਣ ਵਾਲਾ ਵੀ ਤੂੰ ਹੈ ਵਾਹਿਗੁਰੂ। ਤਾਂ ਸੁਣੀ ਤੁਮਾਰੀ ਬਾਣੀ, ਤੇ ਉਹ ਤੇਰੀ ਬਾਣੀ ਫਿਰ ਆ ਕੇ ਸੁਣਨ ਲੱਗ ਜਾਂਦਾ ਹੈ। ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਨਿਰਬਾਣੀ ਕਹਿੰਦੇ ਆ ਵਾਸ਼ਨਾ ਤੋਂ ਰਹਿਤ, ਉਹਨੂੰ ਆਨੰਦ ਬਣ ਜਾਂਦਾ। ਉਹ ਹੁਣ ਕਹਿੰਦਾ ਕਤ ਜਾਈਏ ਰੇ ਘਰ ਲਾਗੂ ਰੰਗ। ਕਬੀਰ ਸਾਹਿਬ ਜੀ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਹੁਣ ਘਰੇ ਖੇਡ ਬਣ ਗਈ। ਕਤ ਜਾਈਏ ਰੇ ਘਰ ਲਾਗੋ ਰੰਗ, ਘਰੇ ਗੱਲ ਬਣ ਗਈ। ਤਾਂ ਇਹ ਫਕਰ ਫਕੀਰ ਜਿਹੜੇ ਹੁੰਦੇ ਆ ਰੱਬ ਦੇ ਪਿਆਰੇ, ਇਹ ਉਹਨਾਂ ਦਾ ਸੁਭਾਅ ਹੁੰਦਾ। ਬੰਦੇ ਦੀ ਹਉਮੈ ਉਹਨੂੰ ਰਹਿਣ ਨਹੀਂ ਦਿੰਦੀ ਸੰਸਾਰ ਵਿੱਚ, ਬਹੁਤ ਔਖਾ। ਬੰਦਾ ਰਿਸ਼ਤੇ ਤੋੜ ਬਹਿੰਦਾ, ਬੰਦਾ ਹਉਮੈ ਕਰਕੇ ਭਰਾ ਨਾਲ ਨਹੀਂ ਉਹਦੀ ਨਿਭਦੀ। ਇਨਸਾਨ ਦੀ ਰੱਬ ਦੇ ਪਿਆਰਿਆਂ ਲਈ ਸਭ ਕੁਝ ਰੱਬ ਹੈ, ਭਰਾ ਵੀ ਉਹਨਾਂ ਲਈ ਰੱਬ ਸਮਾਨ ਆ, ਉਹਦੇ ਵਿੱਚ ਵੱਸਦਾ, ਭੈਣ ਵੀ, ਰਿਸ਼ਤੇ ਨਾਤੇ ਵੀ। ਇਸ ਕਰਕੇ 10 ਫਕੀਰ ਜਿਹੜੇ ਆ, 10 ਫਕੀਰ ਉਹ ਇੱਕ ਕੰਬਲ 'ਚ ਰਹਿ ਲੈਣਗੇ, 2 ਰਾਜੇ ਇੱਕ ਦੇਸ਼ 'ਚ ਵੀ ਨਹੀਂ ਰਹਿ ਸਕਦੇ। 10 ਫਕੀਰਾਂ ਨੂੰ ਇੱਕ ਕੰਬਲ ਦੇ ਦਿਓ, ਉਹਦੇ ਵਿੱਚ ਰਾਤ ਕੱਢ ਲੈਣਗੇ ਬਿਲਕੁਲ ਪਿਆਰ ਨਾਲ। 2 ਰਾਜੇ ਹੋਣਗੇ ਨਾ, ਰਾਜੇ ਜਿਹੜੇ ਕਹਿੰਦੇ ਵੱਡੇ ਬੰਦੇ, ਉਹ ਇੱਕ ਦੇਸ਼ 'ਚ ਨਹੀਂ ਰਹਿ ਸਕਦੇ, ਉਹ ਕੰਬਲ 'ਚ ਕੱਢ ਲੈਣਗੇ ਜ਼ਿੰਦਗੀ। ਇਹਨਾਂ ਤੋਂ ਐਡੇ ਦੇਸ਼ 'ਚ ਨਹੀਂ ਨਿਕਲ ਸਕਦੀ। 2 ਭਰਾ ਇੱਕ ਘਰ 'ਚ ਨਹੀਂ ਰਹਿ ਸਕਦੇ। ਇਹ ਸਾਰੀਆਂ ਗੱਲਾਂ ਤੁਸੀਂ ਜਾਣਦੇ ਹੋ, ਬਾਹਲੀਆਂ ਕਹਿਣ ਦੀ ਲੋੜ ਨਹੀਂ ਹੈਗੀ। ਬਸ ਗੁਰੂ ਮਹਾਰਾਜ ਇਹ ਹਉਮੈ ਹੀ ਆ, ਬਸ ਇੱਕ ਪਾਸੇ ਹਉਮੈ ਪਈ ਆ, ਇੱਕ ਪਾਸੇ ਵਾਹਿਗੁਰੂ ਦਾ ਪਿਆਰ ਪਿਆ। ਇਹ ਕਿਹਨੇ ਕਿਹੜਾ ਚੋਗਾ ਚੁਗਣਾ ਹੈ, ਇਹ ਮਾਲਕ ਦੀ ਰਜ਼ਾ ਤੇ ਵਾਹਿਗੁਰੂ ਦੀ ਬੰਦਗੀ ਕੀਤਿਆਂ ਪਤਾ ਲੱਗਦਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸ ਜਾਵੇ। ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਬਣ ਜਾਈਏ, ਅੰਦਰੋਂ ਸੋਹਣੇ ਬਣੀਏ। ਉਹ ਬੰਦਗੀ ਤੋਂ ਬਿਨਾਂ ਨਹੀਂ ਹੋ ਸਕਦਾ। ਸਾਰੇ ਦੁੱਖ ਬੰਦਗੀ ਨਾਲ ਹੀ ਕੱਟੇ ਜਾਣਗੇ। ਵੱਡਾ ਦੁੱਖ ਵਾਰ-ਵਾਰ ਜਨਮ ਹੋਣਾ ਤੇ ਮਰਨ ਹੋਣਾ ਹੈ। ਬੰਦਗੀ ਤੋਂ ਬਿਨਾਂ ਇਹ ਹੁੰਦਾ ਹੀ ਨਹੀਂ ਹੈਗਾ, ਸਿਮਰਨ ਤੋਂ ਬਿਨਾਂ ਹੁੰਦਾ ਹੀ ਨਹੀਂ ਹੈਗਾ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਨ ਹਾਰੇ, ਭੁੱਲ ਚੁੱਕ ਦੀ ਖਿਮਾ ਜੀ। ਵਾਹੇ ਗੁਰੂ 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 ਵਾਹੇ। ਦੇਹੋ ਸੱਜਣੇ ਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ